हाँ जी प्यारे विद्यार्थियों, ਅੱਜ ਆਪਾਂ ਆਪਣੀ 8ਵੀਂ ਕਲਾਸ ਦੀ ਅਗਲੀ ਵਰਕਸ਼ੀਟ ਕਰਨ ਜਾ ਰਹੇ ਹਾਂ। ਪਾਠ ਨੰਬਰ 16 ਪ੍ਰਕਾਸ਼। ਤਾਂ ਦੇਖੋ ਬੱਚੇ, ਪਹਿਲਾ ਪ੍ਰਸ਼ਨ, ਕਿਸ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਵਿੱਚ ਪਾਸਵਾਂ ਪਰਿਵਰਤਨ ਹੁੰਦਾ ਹੈ? ਉੱਤਲ ਦਰਪਣ, ਅਵਤਲ ਦਰਪਣ, ਸਮਤਲ ਦਰਪਣ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੱਚੇ ਦੇਖੋ, ਇਹਨਾਂ ਵਿੱਚੋਂ ਕਿਹੜਾ ਦਰਪਣ ਹੈ ਜਿਹਦੇ ਵਿੱਚ ਪਾਸਵਾਂ ਪਰਾਵਰਤਨ ਹੁੰਦਾ ਹੈ? ਤਾਂ ਬੱਚੇ ਉਹ ਦਰਪਣ ਹੈ ਸਮਤਲ ਦਰਪਣ। ਸਮਤਲ ਦਰਪਣ ਦੇ ਸਾਹਮਣੇ ਜਦੋਂ ਅਸੀਂ ਖੜ੍ਹਦੇ ਹਾਂ ਤਾਂ ਸਾਡਾ ਪ੍ਰਤੀਬਿੰਬ ਹੈ ਜਿਹੜਾ ਓਨੀ ਹੀ ਦੂਰੀ 'ਤੇ ਬਣਦਾ ਹੈਗਾ ਜਿੰਨੀ ਦੂਰੀ 'ਤੇ ਅਸੀਂ ਖੜ੍ਹੇ ਹਾਂ, ਅਤੇ ਉਹ ਕੀ ਬਣਦਾ ਹੈਗਾ ਬੱਚੇ? ਪਾਸੇ ਦਾ ਪਰਤਵਾਂ ਬਣਦਾ ਹੈ। ਕਹਿਣ ਦਾ ਭਾਵ ਵੀ ਜੇ ਅਸੀਂ ਦਰਪਣ ਦੇ ਸਾਹਮਣੇ ਖੜ੍ਹੇ ਹੋ ਕੇ ਅਸੀਂ ਆਪਣਾ ਸੱਜਾ ਹੱਥ ਚੱਕਾਂਗੇ ਤਾਂ ਦਰਪਣ ਦੇ ਵਿੱਚ ਕਿਹੜਾ ਹੱਥ ਦਿਖਾਈ ਦੇਵੇਗਾ? ਖੱਬਾ ਹੱਥ। ਅਤੇ ਇਸ ਲਈ ਉਹ ਦਰਪਣ ਜਿਸ ਵਿੱਚ ਪ੍ਰਤੀਬਿੰਬ ਦਾ ਪਾਸਵਾਂ ਪਰਿਵਰਤਨ ਹੁੰਦਾ ਹੈਗਾ, ਉਹ ਕਿਹੜਾ ਦਰਪਣ ਹੈ ਬੱਚੇ? ਉਹ ਹੁੰਦਾ ਹੈ ਸਮਤਲ ਦਰਪਣ। ਆਪਸ਼ਨ ਈਡੀ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਰਾਮ ਨੇ ਦੇਖਿਆ ਕਿ ਲੋਕਾਂ ਦੀਆਂ ਅੱਖਾਂ ਦਾ ਰੰਗ ਵੱਖਰਾ ਵੱਖਰਾ ਹੁੰਦਾ ਹੈ, ਕਿਸੇ ਦਾ ਕਾਲਾ, ਨੀਲਾ ਜਾਂ ਭੂਰਾ। ਅੱਖ ਦਾ ਕਿਹੜਾ ਭਾਗ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ? ਆਇਰਸ, ਪੁਤਲੀ, ਰੈਟੀਨਾ ਜਾਂ ਕਾਰਨੀਆ। ਤਾਂ ਬੱਚੇ ਅੱਖ ਦਾ ਉਹ ਵਾਲਾ ਭਾਗ ਜਿਹੜਾ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈਗਾ, ਉਹ ਕਿਹੜਾ ਹੁੰਦਾ ਬੱਚੇ? ਉਹ ਹੁੰਦਾ ਆਇਰਸ ਦਾ। ਅੱਖ ਦਾ ਬੱਚੇ ਜਿਹੜਾ ਆਇਰਸ ਹੈ, ਇਹ ਮਨੁੱਖ ਦੀ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ। ਤਾਂ ਜੇ ਅਸੀਂ ਕਹਿੰਦੇ ਹਾਂ ਕਿ ਕਿਸੇ ਦੀਆਂ ਅੱਖਾਂ ਦਾ ਰੰਗ ਕਾਲਾ, ਨੀਲਾ ਜਾਂ ਭੂਰਾ ਹੈਗਾ, ਉਹ ਕਾਲਾ, ਨੀਲਾ ਜਾਂ ਭੂਰਾ ਰੰਗ ਕਿਹਦਾ ਹੁੰਦਾ ਬੱਚੇ? ਉਹ ਅੱਖ ਦੇ ਆਇਰਸ ਦਾ ਰੰਗ ਹੁੰਦਾ ਹੈ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਕਿਸੇ ਸਮਤਲ ਦਰਪਣ ਉੱਤੇ ਪੈਣ ਵਾਲੀ ਪ੍ਰਕਾਸ਼ ਕਿਰਨ ਨੂੰ ਕੀ ਕਹਿੰਦੇ ਹਨ? ਹਾਂਜੀ, ਸਮਤਲ ਦਰਪਣ ਉੱਤੇ ਪੈਣ ਵਾਲੀ ਪ੍ਰਕਾਸ਼ ਦੀ ਕਿਰਨ ਨੂੰ ਕੀ ਕਹਿੰਦਾ ਬੱਚੇ? ਆਪਤਿਤ ਕਿਰਨ। ਆਪਸ਼ਨ ਆੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਅੱਖ ਦੇ ਅਗਲੇ ਪਾਰਦਰਸ਼ੀ ਭਾਗ ਨੂੰ ਕੀ ਕਹਿੰਦੇ ਹਨ? ਕਾਰਨੀਆ, ਰੈਟੀਨਾ, ਆਇਰਸ ਜਾਂ ਲੈਂਜ਼। ਤਾਂ ਬੱਚੇ ਅੱਖ ਦਾ ਜਿਹੜਾ ਅਗਲਾ ਪਾਰਦਰਸ਼ੀ ਭਾਗ ਹੁੰਦਾ ਹੈ ਉਹ ਹੁੰਦਾ ਹੈਗਾ ਕਾਰਨੀਆ। ਆਪਸ਼ਨ ਊੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਜੇਕਰ ਦਰਪਣ ਅਤੇ ਆਪਤਿਤ ਕਿਰਨ ਵਿਚਕਾਰ 30 ਡਿਗਰੀ ਦਾ ਕੋਣ ਬਣਦਾ ਹੈ ਤਾਂ ਪਰਾਵਰਤਨ ਕੋਣ ਕਿੰਨਾ ਹੋਵੇਗਾ? ਤਾਂ ਦੇਖੋ ਬੱਚੇ, ਇਸ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੈਗਾ ਕਿ ਦਰਪਣ ਅਤੇ ਆਪਤਿਤ ਕਿਰਨ ਦੇ ਵਿੱਚ ਕੋਣ 30 ਡਿਗਰੀ ਹੈ। ਤਾਂ ਇਸ ਦਾ ਭਾਵ ਕੀ ਹੋਇਆ ਵੀ ਜਿਹੜਾ ਅਭਿਲੰਬ ਅਤੇ ਆਪਤਿਤ ਕਿਰਨ ਦਾ ਕੋਣ ਹੋਏਗਾ ਉਹ ਕਿੰਨਾ ਹੋਏਗਾ ਬੱਚੇ? 90 ਮਾਈਨਸ 30, ਉਹ ਹੋਏਗਾ 60। ਤਾਂ ਇਸ ਦਾ ਭਾਵ ਇਹ ਹੋਇਆ ਕਿ ਜਿਹੜਾ ਆਪਤੀ ਕੋਣ ਹੋਏਗਾ ਉਹ 60 ਡਿਗਰੀ ਦਾ ਹੋਏਗਾ। ਤਾਂ ਇਸ ਲਈ ਪਰਾਵਰਤਿਤ ਕੋਣ ਵੀ ਕਿੰਨਾ ਹੋਏਗਾ ਬੱਚੇ ਦੇ ਵਿੱਚ? ਉਹ ਹੋਏਗਾ 60 ਡਿਗਰੀ। ਆਪਸ਼ਨ ਊੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਹਰਪ੍ਰੀਤ ਨੇ ਅੱਖ ਦਾ ਮਾਡਲ ਦੇਖਿਆ ਅਤੇ ਆਪਣੇ ਅਧਿਆਪਕ ਨੂੰ ਪੁੱਛਿਆ ਕਿ ਅੱਖ ਦੇ ਅਗਲੇ ਪਾਰਦਰਸ਼ੀ ਭਾਗ ਨੂੰ ਕੀ ਕਹਿੰਦੇ ਹਨ? ਅਧਿਆਪਕ ਨੇ ਦੱਸਿਆ ਕਿ ਉਹ ਭਾਗ ਹੈ। ਹਾਂਜੀ ਬੱਚੇ, ਅੱਖ ਦਾ ਜਿਹੜਾ ਅਗਲਾ ਪਾਰਦਰਸ਼ੀ ਭਾਗ ਹੁੰਦਾ ਹੈਗਾ ਉਹਨੂੰ ਕੀ ਕਹਿੰਦੇ ਨੇ? ਉਹ ਹੁੰਦਾ ਬੱਚੇ ਕਾਰਨੀਆ। ਆਪਸ਼ਨ ਊੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਪ੍ਰਕਾਸ਼ ਦੇ ਪਰਾਵਰਤਨ ਦੇ ਸੰਬੰਧ ਵਿੱਚ ਆਪਤਨ ਕੋਣ ਅਤੇ ਪਰਾਵਰਤਨ ਕੋਣ ਇੱਕ ਦੂਸਰੇ ਨਾਲ ਕਿਵੇਂ ਸੰਬੰਧਿਤ ਹਨ? ਹਾਂਜੀ, ਆਪਤਨ ਕੋਣ ਅਤੇ ਪਰਾਵਰਤਨ ਕੋਣ ਇੱਕ ਦੂਸਰੇ ਨਾਲ ਕਿਵੇਂ ਸੰਬੰਧਿਤ ਹੁੰਦੇ ਨੇ ਬੱਚੇ? ਤਾਂ ਆਪਤਨ ਕੋਣ ਆਈ ਹੈ ਜਿਹੜਾ, ਪਰਾਵਰਤਿਤ ਕੋਣ ਆਰ ਦੇ ਬਰਾਬਰ ਹੁੰਦਾ ਹੈ। ਇਹਦਾ ਸਹੀ ਜਵਾਬ ਹੈ ਆਪਸ਼ਨ ਊੜਾ। ਹਾਂਜੀ, ਅਗਲਾ ਪ੍ਰਸ਼ਨ ਦੇਖੋ, ਪ੍ਰਕਾਸ਼ ਦੀ ਇੱਕ ਕਿਰਨ ਪਰਾਵਰਤਕ ਸਤ੍ਹਾ ਉੱਤੇ 40 ਡਿਗਰੀ ਦੇ ਕੋਣ ਨਾਲ ਟਕਰਾਉਂਦੀ ਹੈ। ਪਰਾਵਰਤਿਤ ਕੋਣ ਕਿੰਨਾ ਹੋਵੇਗਾ? ਤਾਂ ਹੁਣ ਦੇਖੋ ਬੱਚੇ, ਪ੍ਰਕਾਸ਼ ਦੀ ਕਿਰਨ ਹੈ ਪਰਾਵਰਤਕ ਸਤ੍ਹਾ ਉੱਤੇ ਕਿੰਨੇ ਕੋਣ 'ਤੇ ਟਕਰਾ ਰਹੀ ਹੈ? 40 ਡਿਗਰੀ ਦੇ ਕੋਣ 'ਤੇ।
ਪਰਾਵਰਤਿਤ ਕੋਣ ਪੁੱਛਿਆ ਕਿ ਕਿੰਨਾ ਹੋਏਗਾ। ਤਾਂ ਜਦੋਂ ਪ੍ਰਕਾਸ਼ ਦੀ ਕਿਰਨ ਪਰਾਵਰਤਕ ਸਤ੍ਹਾ ਨਾਲ 40 ਡਿਗਰੀ ਦੇ ਕੋਣ ਤੇ ਟਕਰਾ ਰਹੀ ਹੈ, ਤਾਂ ਜੇ ਅਸੀਂ ਦਰਪਣ ਉੱਤੇ ਅਭਿਲੰਬ ਖਿੱਚੀਏ ਤਾਂ ਜਿਹੜਾ ਕੋਣ ਬਣੇਗਾ ਉਹ ਬਣੇਗਾ ਆਪਤਿਤ ਕਿਰਨ, ਤੇ ਅਭਿਲੰਬ ਦੇ ਵਿੱਚ ਜਿਹੜਾ ਕੋਣ ਬਣੇਗਾ ਉਹ ਕਿੰਨਾ ਹੋਏਗਾ ਬੱਚੇ 90 - 40। ਤਾਂ ਉਹ ਕੋਣ ਕਿੰਨਾ ਹੋਏਗਾ ਬੱਚੇ, ਉਹ ਹੋਏਗਾ 50 ਡਿਗਰੀ। ਤਾਂ ਇਹਦਾ ਮਤਲਬ ਕੀ ਹੋਏਗਾ ਕਿ ਜਿਹੜਾ ਆਪਾਤੀ ਕਿਰਨ ਨੇ ਜਿਹੜਾ ਕੋਣ ਬਣਾਇਆ ਹੈਗਾ ਅਭਿਲੰਬ ਨਾਲ ਉਹ ਹੋਏਗਾ 50 ਡਿਗਰੀ। ਤਾਂ ਇਸ ਲਈ ਪਰਾਵਰਤਿਤ ਕੋਣ ਵੀ ਕਿੰਨਾ ਹੋਏਗਾ ਬੱਚੇ, ਉਹ ਹੋਏਗਾ 50 ਡਿਗਰੀ। ਆਪਸ਼ਨ ਸੱਸਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਰਮਨ ਆਪਣੀ ਤਸਵੀਰ ਸਮਤਲ ਦਰਪਣ ਵਿੱਚ ਦੇਖ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਗੁਣ ਹਨ। ਹਾਂਜੀ, ਤਾਂ ਬੱਚੇ ਜਿਹੜਾ ਸਮਤਲ ਦਰਪਣ ਦੇ ਜਿਹੜਾ ਹੈਗਾ ਗਾ ਉਸ ਦੇ ਜਿਹੜਾ ਪ੍ਰਤੀਬਿੰਬ ਬਣਾਏਗਾ ਉਹਦੇ ਗੁਣ ਕੀ ਹੋਣਗੇ। ਪ੍ਰਤੀਬਿੰਬ ਹੈ ਜਿਹੜਾ ਆਭਾਸੀ ਹੋਏਗਾ, ਦਰਪਣ ਦੇ ਪਿੱਛੇ ਬਣੇਗਾ ਤੇ ਵਸਤੂ ਦੇ ਆਕਾਰ ਦੇ ਬਰਾਬਰ ਹੋਏਗਾ। ਇਹਦਾ ਸਹੀ ਜਵਾਬ ਹੈ ਆਪਸ਼ਨ ਆੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਅੰਧਰਾਤਾ ਰੋਗ ਕਿਹੜੇ ਵਿਟਾਮਿਨ ਦੀ ਕਮੀ ਕਰਕੇ ਹੁੰਦਾ ਹੈ। ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ ਜਾਂ ਵਿਟਾਮਿਨ ਡੀ। ਤਾਂ ਬੱਚੇ ਜਿਹੜਾ ਅੰਧਰਾਤਾ ਰੋਗ ਹੈ ਉਹ ਕਿਸ ਵਿਟਾਮਿਨ ਦੀ ਕਮੀ ਕਰਕੇ ਹੁੰਦਾ ਹੈਗਾ, ਉਹ ਹੈਗਾ ਵਿਟਾਮਿਨ ਏ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਹੈ, ਦੋ ਸਮਤਲ ਦਰਪਣ ਏ ਅਤੇ ਬੀ ਇੱਕ ਦੂਜੇ ਤੋਂ ਸਮਕੋਣ ਉੱਤੇ ਰੱਖੇ ਗਏ ਹਨ। ਪ੍ਰਕਾਸ਼ ਦੀ ਕਿਰਨ 25 ਡਿਗਰੀ ਦੇ ਕੋਣ ਤੇ ਦਰਪਣ ਤੇ ਏ ਤੇ ਡਿੱਗਦੀ ਹੈ ਅਤੇ ਪਰਾਵਰਤਿਤ ਹੋਣ ਤੋਂ ਬਾਅਦ ਦਰਪਣ ਬੀ ਤੇ ਡਿੱਗਦੀ ਹੈ। ਦਰਪਣ ਬੀ ਤੋਂ ਪਰਾਵਰਤਿਤ ਕਿਰਨ ਲਈ ਪਰਾਵਰਤਨ ਕੋਣ ਹੋਵੇਗਾ। ਹਾਂਜੀ ਦੇਖੋ ਬੱਚੇ, ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਅਨੁਸਾਰ ਆਪਤੀ ਕੋਣ ਹਮੇਸ਼ਾ ਹੀ ਪਰਾਵਰਤਿਤ ਕੋਣ ਦੇ ਬਰਾਬਰ ਹੁੰਦਾ ਹੈ। ਇਸ ਲਈ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਦਰਪਣ ਏ ਤੇ 25 ਡਿਗਰੀ ਦੇ ਕੋਣ ਨਾਲ ਟਕਰਾ ਰਹੀ ਹੈ ਤਾਂ ਦਰਪਣ ਨਾਲ ਟਕਰਾਉਣ ਤੋਂ ਬਾਅਦ ਉਹ ਕਿੰਨੇ ਦਾ ਪਰਾਵਰਤਿਤ ਕੋਣ ਬਣਾਏਗੀ ਬੱਚੇ, ਉਹ ਹੋਏਗਾ 25 ਡਿਗਰੀ। ਤੇ ਬੱਚੇ ਹੁਣ ਅਸੀਂ ਦੋ ਦਰਪਣ ਇੱਕ ਦੂਜੇ ਦੇ ਸਮਕੋਣ ਉੱਤੇ ਰੱਖੇ ਗਏ ਨੇ, ਤਾਂ ਇਸ ਲਈ ਐਂਗਲ PQR ਜਿਹੜਾ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਉਹ ਕਿੰਨਾ ਹੋ ਜਾਏਗਾ ਬੱਚੇ 90 - 25 ਡਿਗਰੀ 65 ਡਿਗਰੀ। ਇਸ ਲਈ ਜਿਹੜਾ ਦਰਪਣ ਬੀ ਦੇ ਉੱਤੇ ਪ੍ਰਕਾਸ਼ ਦੀ ਕਿਰਨ ਪੈ ਰਹੀ ਹੈ, ਜਿਹੜਾ ਉਹ ਐਂਗਲ ਬਣਾਏਗੀ ਆਪਾਤੀ ਕੋਣ ਜਿਹੜਾ ਬਣਾਏਗੀ ਉਹ ਕਿੰਨਾ ਹੋਏਗਾ ਬੱਚੇ 65 ਡਿਗਰੀ। ਤੁਸੀਂ ਦੇਖ ਸਕਦੇ ਹੋ ਕਿ ਇਹ ਅਲਟਰਨੇਟ ਇੰਟੀਰੀਅਰ ਐਂਗਲ ਨੇ, ਦੋਨੋਂ ਬਰਾਬਰ ਹੁੰਦੇ ਨੇ। ਤਾਂ ਇਸ ਲਈ ਜੇ ਇਹ ਐਂਗਲ 65 ਡਿਗਰੀ ਦਾ ਦਰਪਣ ਬੀ ਦੇ ਉੱਤੇ ਆਪਾਤੀ ਕੋਣ ਬਣਾ ਰਿਹਾ ਹੈ ਤਾਂ ਪਰਾਵਰਤਿਤ ਕੋਣ ਵੀ ਕਿੰਨਾ ਹੋ ਜਾਏਗਾ ਬੱਚੇ, ਉਹ ਹੋਏਗਾ 65 ਡਿਗਰੀ। ਤਾਂ ਇਸ ਲਈ ਸਹੀ ਜਵਾਬ ਕੀ ਆ ਜਾਏਗਾ, ਆਪਸ਼ਨ ਸੱਸਾ 65 ਡਿਗਰੀ। ਹਾਂਜੀ ਬੱਚੇ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਅਧਿਆਪਕ ਨੇ ਵਿਦਿਆਰਥੀਆਂ ਨੂੰ ਅੱਖ ਬਾਰੇ ਪੜ੍ਹਾਇਆ। ਉਹਨਾਂ ਨੇ ਹਰਪ੍ਰੀਤ ਤੋਂ ਪੁੱਛਿਆ, ਅੱਖ ਦੀ ਪੁਤਲੀ ਦਾ ਆਕਾਰ ਨਿਮਨਲਿਖਿਤ ਵਿੱਚੋਂ ਕਿਸ ਦੁਆਰਾ ਵਿਵਸਥਿਤ ਕੀਤਾ ਜਾਂਦਾ ਹੈ। ਤਾਂ ਬੱਚੇ ਅੱਖ ਦੀ ਪੁਤਲੀ ਦਾ ਆਕਾਰ ਕਿਸ ਦੁਆਰਾ ਵਿਵਸਥਿਤ ਕੀਤਾ ਜਾਂਦਾ ਹੈ ਬੱਚੇ, ਉਹ ਹੁੰਦਾ ਹੈਗਾ ਅੱਖ ਦਾ ਆਇਰਸ। ਆਪਸ਼ਨ ਆੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਹਰਮਨ ਆਪਣੇ ਪਿਤਾ ਜੀ ਨਾਲ ਇੱਕ ਨਾਈ ਦੀ ਦੁਕਾਨ ਤੇ ਵਾਲ ਕਟਾਉਣ ਲਈ ਗਿਆ। ਵਾਲ ਕੱਟਣ ਤੋਂ ਬਾਅਦ ਨਾਈ ਨੇ ਉਸ ਦੇ ਸਿਰ ਦੇ ਪਿੱਛੇ ਇੱਕ ਹੋਰ ਦਰਪਣ ਰੱਖਿਆ ਅਤੇ ਉਹ ਚੰਗੀ ਤਰ੍ਹਾਂ ਦੇਖ ਪਾਇਆ ਕਿ ਵਾਲ ਕਿਵੇਂ ਕੱਟੇ ਗਏ ਹਨ। ਕੀ ਤੁਸੀਂ ਇਸ ਦਾ ਕਾਰਨ ਦੱਸ ਸਕਦੇ ਹੋ। ਹਾਂਜੀ, ਆਪਾਂ ਕਿਵੇਂ ਦੇਖ ਸਕਦੇ ਹਾਂ ਵੀ ਆਪਣੇ ਪਿਛਲੇ ਵਾਲ ਨੇ ਜਿਹੜੇ ਉਹ ਸਹੀ ਕੱਟੇ ਗਏ ਨੇ। ਤਾਂ ਨਾਈ ਨੇ ਦੇਖੋ ਇੱਕ ਦਰਪਣ ਸਾਹਮਣੇ ਲੱਗਿਆ ਸੀ, ਇੱਕ ਦਰਪਣ ਨਾਈ ਨੇ ਉਸਦੇ ਪਿੱਛੇ ਲਗਾਇਆ, ਜਿਸ ਕਾਰਨ ਕੀ ਹੈਗਾ ਹਰਮਨ ਹੈ ਆਪਣੇ ਵਾਲਾਂ ਨੂੰ ਦੇਖ ਸਕਿਆ ਕਿ ਉਹ ਕਿਸ ਤਰ੍ਹਾਂ ਕੱਟੇ ਗਏ ਨੇ। ਤਾਂ ਇਹ ਕਿਸ ਕਾਰਨ ਹੁੰਦਾ ਬੱਚੇ, ਇਹ ਹੁੰਦਾ ਹੈਗਾ ਬਹੁ ਪਰਾਵਰਤਨ ਕਾਰਨ। ਤਾਂ ਸਹੀ ਜਵਾਬ ਹੈ ਆਪਸ਼ਨ ਆੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਰਾਮ ਨੇ ਦਿਨ ਵਿੱਚ ਮੀਂਹ ਤੋਂ ਬਾਅਦ ਸਤਰੰਗੀ ਪੀਂਘ ਬਣਦੀ ਹੋਈ ਵੇਖੀ। ਅਗਲੇ ਦਿਨ ਉਸਨੇ ਆਪਣੇ ਅਧਿਆਪਕ ਨੂੰ ਇਸ ਦੇ ਬਣਨ ਦਾ ਕਾਰਨ ਪੁੱਛਿਆ। ਅਧਿਆਪਕ ਨੇ ਰਾਮ ਨੂੰ ਕੀ ਉੱਤਰ ਦਿੱਤਾ ਹੋਵੇਗਾ।
ਹਾਂਜੀ ਬੱਚੇ, ਸਤਰੰਗੀ ਪੀਂਘ ਬਣਨ ਦਾ ਕਾਰਨ ਕੀ ਹੁੰਦਾ ਹੈਗਾ? ਪ੍ਰਕਾਸ਼ ਦਾ ਵਰਨ ਵਿਖੇਪਨ, ਆਪਸ਼ਨ ਈਡੀ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਬੇਰੀ ਬੇਰੀ ਰੋਗ ਕਿਹੜੇ ਵਿਟਾਮਿਨ ਦੀ ਕਮੀ ਕਰਕੇ ਹੁੰਦਾ ਹੈ? ਤਾਂ ਬੱਚੇ ਬੇਰੀ ਬੇਰੀ ਜਿਹੜਾ ਰੋਗ ਹੈ ਉਹ ਵਿਟਾਮਿਨ ਬੀ ਦੀ ਕਮੀ ਕਰਕੇ ਹੁੰਦਾ ਹੈਗਾ। ਤੇਰਾ ਸਹੀ ਜਵਾਬ ਹੈ ਆਪਸ਼ਨ ਆੜਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਅਗਲਾ ਪ੍ਰਸ਼ਨ ਹੈ, ਇੱਕ ਸਮਤਲ ਦਰਪਣ ਦੇ ਸਾਹਮਣੇ 1 ਮੀਟਰ ਦੂਰ ਖੜਾ ਇੱਕ ਵਿਅਕਤੀ ਆਪਣੇ ਪ੍ਰਤੀਬਿੰਬ ਤੋਂ ਕਿੰਨੇ ਮੀਟਰ ਦੂਰ ਦਿਖਾਈ ਦੇਵੇਗਾ? ਤਾਂ ਬੱਚੇ ਸਮਤਲ ਦਰਪਣ ਬਾਰੇ ਆਪਾਂ ਨੇ ਪੜ੍ਹਿਆ ਹੈਗਾ ਕਿ ਸਮਤਲ ਦਰਪਣ ਦੇ ਵਿੱਚ ਜਿੰਨੀ ਦੂਰੀ ਤੇ ਕੋਈ ਵਸਤੂ ਦਰਪਣ ਦੇ ਸਾਹਮਣੇ ਪਈ ਹੈ, ਓਨੀ ਹੀ ਦੂਰੀ ਦੇ ਉੱਤੇ ਵਸਤੂ ਦਾ ਪ੍ਰਤੀਬਿੰਬ ਹੈ ਜਿਹੜਾ ਸਮਤਲ ਦਰਪਣ ਦੇ ਅੰਦਰ ਦਿਖਾਈ ਦਿੰਦਾ ਹੈ। ਤਾਂ ਇਸ ਸਥਿਤੀ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਸਮਤਲ ਦਰਪਣ ਤੋਂ 1 ਮੀਟਰ ਦੂਰੀ ਤੇ ਖੜਾ ਹੈਗਾ, ਤਾਂ ਇਸ ਹਿਸਾਬ ਨਾਲ ਉਹ ਆਪਣੇ ਪ੍ਰਤੀਬਿੰਬ ਤੋਂ ਕਿੰਨੇ ਮੀਟਰ ਦੀ ਦੂਰੀ ਤੇ ਹੋਏਗਾ ਬੱਚੇ? ਉਹ ਹੋਏਗਾ 2 ਮੀਟਰ, ਆਪਸ਼ਨ ਊੜਾ। ਹਾਂਜੀ, ਅਗਲਾ ਪ੍ਰਸ਼ਨ ਹੈ, ਇੱਕ ਮੋਮਬੱਤੀ ਦੇ ਕਿੰਨੇ ਚਿੱਤਰ ਬਣਦੇ ਹਨ ਜਦੋਂ ਇਸ ਨੂੰ 2 ਸਮਤਲ ਦਰਪਣਾਂ ਦੇ ਵਿਚਕਾਰ ਰੱਖਿਆ ਜਾਂਦਾ ਹੈ, ਜੋ ਕਿ ਇੱਕ ਦੂਜੇ ਤੋਂ 40 ਸੈਂਟੀਮੀਟਰ ਦੀ ਦੂਰੀ ਤੇ ਸਮਾਨਾਂਤਰ ਰੱਖੇ ਜਾਂਦੇ ਹਨ? ਤਾਂ ਬੱਚੇ ਜਦੋਂ ਦਰਪਣ ਸਮਾਨਾਂਤਰ ਰੱਖੇ ਜਾਂਦੇ ਨੇ ਤੇ ਉਹਦੇ ਵਿੱਚ ਕੋਈ ਵਸਤੂ ਰੱਖੀ ਜਾਂਦੀ ਹੈ, ਤਾਂ ਉਸ ਸਥਿਤੀ ਦੇ ਵਿੱਚ ਕਿੰਨੇ ਪ੍ਰਤੀਬਿੰਬ ਬਣਨਗੇ ਬੱਚੇ? ਉਹ ਹੋਏਗਾ ਅਣਗਿਣਤ, ਆਪਸ਼ਨ ਈਡੀ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਅਗਲਾ ਪ੍ਰਸ਼ਨ ਹੈ, ਮਨੁੱਖੀ ਅੱਖ ਵਿੱਚ ਰੌਡ ਅਤੇ ਕੋਨ ਸੈੱਲ ਦੇ ਸੰਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ? ਕੋਨ ਸੈੱਲ ਮੱਧਮ ਰੌਸ਼ਨੀ ਲਈ ਸੰਵੇਦਨਸ਼ੀਲ ਹੁੰਦੇ ਹਨ, ਕੋਨ ਸੈੱਲ ਚਮਕਦਾਰ ਰੌਸ਼ਨੀ ਲਈ ਸੰਵੇਦਨਸ਼ੀਲ ਹੁੰਦੇ ਹਨ, ਰੌਡ ਸੈੱਲ ਚਮਕਦਾਰ ਰੌਸ਼ਨੀ ਲਈ ਸੰਵੇਦਨਸ਼ੀਲ ਹੁੰਦੇ ਹਨ, ਰੌਡ ਸੈੱਲ ਰੰਗ ਨੂੰ ਸਮਝ ਸਕਦੇ ਹਨ? ਤਾਂ ਬੱਚੇ ਇਹਨਾਂ ਦੇ ਵਿੱਚੋਂ ਜਿਹੜਾ ਕਥਨ ਸਹੀ ਹੈ ਉਹ ਹੈ ਆਪਸ਼ਨ ਆੜਾ, ਕਿ ਕੋਨ ਸੈੱਲ ਚਮਕਦਾਰ ਰੌਸ਼ਨੀ ਲਈ ਸੰਵੇਦਨਸ਼ੀਲ ਹੁੰਦੇ ਹਨ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਮਨੁੱਖੀ ਅੱਖ ਦਾ ਉਹ ਭਾਗ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ, ਆਇਰਸ, ਕਾਰਨੀਆ, ਲੈਂਜ਼ ਜਾਂ ਰੌਡ ਸੈੱਲ? ਤਾਂ ਬੱਚੇ ਮਨੁੱਖੀ ਅੱਖ ਦਾ ਉਹ ਭਾਗ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈਗਾ ਉਹ ਕਿਹੜਾ ਹੁੰਦਾ ਹੈਗਾ? ਉਹ ਹੁੰਦਾ ਹੈ ਆਇਰਸ, ਆਪਸ਼ਨ ਊੜਾ। ਤਾਂ ਬੱਚੇ ਇਹ ਸੀ ਆਪਣਾ ਪਾਠ ਨੰਬਰ 16 ਪ੍ਰਕਾਸ਼। ਤਾਂ ਬੱਚੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪ੍ਰੈਕਟਿਸ ਸ਼ੀਟ ਦੇ ਜਿਹੜੇ ਵੀ ਮਲਟੀਪਲ ਚੋਇਸ ਕੁਐਸਚਨ ਨੇ ਉਹਨਾਂ ਸਾਰਿਆਂ ਦੇ ਸਹੀ ਉੱਤਰ ਪਤਾ ਲੱਗ ਗਏ ਹੋਣਗੇ। ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।